ਮੇਰੀ ਬੇਟੀ 20 ਸਾਲ ਦੀ ਸੀ। ਜਦੋਂ ਵੀ ਕਾਲਜ ਤੋਂ ਵਾਪਸ ਆਉਂਦੀ ਤਾਂ ਆਪਣਾ ਪੇਟ ਫੜ ਕੇ ਬੈਠ ਜਾਂਦੀ ਤੇ ਰੋਣ ਲੱਗ ਜਾਂਦੀ। ਮੈਨੂੰ ਕਹਿੰਦੀ, ਮਾਂ ਮੇਰੇ ਪੇਟ ਵਿੱਚ ਬਹੁਤ ਦਰਦ ਹੁੰਦਾ। ਜਦੋਂ ਮੈਂ ਉਸ ਦਿਨ ਉਸ ਨੂੰ ਕਹਿੰਦੀ ਚੱਲ ਡਾਕਟਰ ਕੋਲ ਚੱਲਦੇ ਆਂ ਤਾਂ ਉਹ ਮਨਾ ਕਰ ਦਿੰਦੀ। ਮੈਨੂੰ ਉਹਦੇ ਸ਼ੱਕ ਹੋਣ ਲੱਗਿਆ। ਮੈਂ ਆਪਣੀ ਦੋਸਤ ਡਾਕਟਰ ਨੂੰ ਆਪਣੇ ਘਰ ਬੁਲਾ ਲਿਆ। ਉਹ ਮੇਰੀ ਬੇਟੀ ਦਾ ਚੈੱਕਅਪ ਕਰਕੇ ਆਪਣਾ ਸਿਰ ਫੜ ਕੇ ਬੈਠ ਗਈ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ। ਮੈਂ ਆਪਣੀ ਜਵਾਨ ਬੇਟੀ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਮੇਰਾ ਨਾਮ ਮੇਘਾ ਹੈ। ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਦੇ ਲਈ ਕੋਈ ਗਲਤ ਫੈਸਲਾ ਨਹੀਂ ਕਰਦੇ ਅਤੇ ਨਾ ਹੀ ਕਦੇ ਉਹਨਾਂ 'ਤੇ ਬੁਰਾ ਚਾਹੁੰਦੇ ਆ। ਉਹਨਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਆ ਕਿ ਉਹ ਆਪਣੇ ਬੱਚਿਆਂ ਦੇ ਲਈ ਵਧੀਆ ਤੋਂ ਵਧੀਆ ਕਰਨ। ਜੋ ਵੀ ਕਰਨ, ਉਹਨਾਂ ਦੇ ਬੱਚੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ। ਪਰ ਕਦੇ-ਕਦੇ ਨੇਕ ਮਾਂ-ਬਾਪ ਦੇ ਬੱਚੇ ਵੀ ਖੋਟਾ ਸਿੱਕਾ ਨਿਕਲ ਜਾਂਦੇ ਆ। ਮੇਰੀ ਬੇਟੀ ਦੀ ਜ਼ਿੰਦਗੀ ਦੀ ਕਹਾਣੀ ਮੇਰੀ ਅਤੀਤ ਨਾਲ ਜੁੜੀ ਹੋਈ ਸੀ। ਮੈਨੂੰ ਲੱਗਦਾ ਸੀ ਕਿ ਸਭ ਕੁਝ ਠੀਕ ਹੋ ਗਿਆ, ਪਰ ਅਜਿਹਾ ਨਹੀਂ ਸੀ। ਕਦੇ-ਕਦੇ ਸਾਡਾ ਅਤੀਤ ਕਈ ਸਾਲਾਂ ਬਾਅਦ ਵੀ ਸਾਡੇ ਅੱਗੇ ਆ ਕੇ ਖੜਾ ਹੋ ਜਾਂਦਾ। 20 ਸਾਲ ਬਾਅਦ ਮੇਰਾ ਅਤੀਤ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਂ ਆਪਣੇ ਜਵਾਨ ਬੱਚਿਆਂ ਦੇ ਹੱਥੋਂ ਧੋਖਾ ਖਾਧਾ ਸੀ। ਉਹਨਾਂ ਨੇ ਮੇਰੇ ਭਰੋਸੇ ਨੂੰ ਤੋੜ ਕੇ ਰੱਖ ਦਿੱਤਾ ਸੀ। ਅੱਜ ਵੀ ਮੈਨੂੰ ਯਾਦ ਆ, ਜਦੋਂ ਮੈਂ ਜਵਾਨ ਸੀ ਤਾਂ ਅਸੀਂ 2 ਭੈਣਾਂ ਤੇ ਮੇਰੀ ਭੈਣ ਮੇਰੇ ਤੋਂ 2 ਸਾਲ ਵੱਡੀ ਸੀ। ਜਦੋਂ ਦਾ ਉਸਨੇ ਕਾਲਜ ਆਉਣਾ ਜਾਣਾ ਸ਼ੁਰੂ ਕੀਤਾ, ਮੇਰੀ ਭੈਣ ਦਾ ਵਰਤਾਵ ਮੇਰੇ ਨਾਲ ਬਦਲ ਗਿਆ ਸੀ। ਉਹ ਹਰ ਟਾਈਮ ਆਪਣੇ ਆਪ ਵਿੱਚ ਮਗਨ ਰਹਿੰਦੀ ਸੀ। ਇੱਕ ਦਿਨ ਮੇਰੀ ਕਾਲਜ ਦੀ ਦੋਸਤ ਨੇ ਮੈਨੂੰ ਦੱਸਿਆ ਕਿ ਤੇਰੀ ਭੈਣ ਦੇ ਕੋਲ ਮੋਬਾਈਲ ਆ ਤੇ ਉਹ ਕਿਸੇ ਲੜਕੇ ਦੇ ਨਾਲ ਗੱਲ ਕਰਦੀ ਆ। ਮੈਂ ਉਸ ਦੀ ਗੱਲ 'ਤੇ ਭਰੋਸਾ ਨਹੀਂ ਕੀਤਾ। ਸਮਾਂ ਬੀਤਦਾ ਗਿਆ। ਮੇਰੀ ਭੈਣ ਰਾਤ ਨੂੰ ਸਭ ਦੇ ਨਾਲ ਸੌਣ ਜਾਣ ਤੋਂ ਬਾਅਦ ਛੁਪ ਕੇ ਛੱਤ 'ਤੇ ਚਲੀ ਜਾਂਦੀ। ਅੱਜ ਕੱਲ੍ਹ ਉਹ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗੀ ਸੀ। ਜਦੋਂ ਮੈਂ ਉਸ ਨੂੰ ਇਹ ਸਭ ਦੀ ਵਜ੍ਹਾ ਪੁੱਛੀ ਤਾਂ ਉਸਨੇ ਮੈਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਬਸ ਮੈਂ ਕਾਲਜ ਖਤਮ ਹੋਣ ਵਾਲਾ, ਇਸ ਲਈ ਮੈਨੂੰ ਖੁਸ਼ੀ ਹੁੰਦੀ ਆ ਕਿ ਮੇਰੀ ਪੜ੍ਹਾਈ ਤੋਂ ਜਾਨ ਛੁੱਟ ਜਾਵੇਗੀ। ਮੈਂ ਉਸ ਨੂੰ ਕਿਹਾ ਕਿ ਤੂੰ ਅੱਗੇ ਪੜ੍ਹਨਾ ਚਾਹੁੰਦੀ ਸੀ, ਤੇਰਾ ਤਾਂ ਸੁਪਨਾ ਸੀ ਕਿ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਆ। ਪਰ ਉਸਨੇ ਜਵਾਬ ਦਿੱਤਾ ਕਿ ਸਮੇਂ ਦੇ ਨਾਲ-ਨਾਲ ਇਨਸਾਨ ਦੇ ਸੁਪਨੇ ਅਤੇ ਸੋਚ ਬਦਲ ਹੀ ਰਹਿੰਦੀ ਆ। ਇੱਕ ਦਿਨ ਮੇਰੀ ਮਾਂ ਮੇਰਾ ਬੈੱਡ ਸਾਫ਼ ਕਰ ਰਹੀ ਸੀ। ਉਸਨੇ ਮੇਰੇ ਬਿਸਤਰੇ 'ਤੇ ਮੋਬਾਈਲ ਦੇਖਿਆ। ਉਹ ਮੈਨੂੰ ਪੁੱਛਣ ਲੱਗੀ ਕਿ ਇਹ ਮੋਬਾਈਲ ਕਿਸ ਦਾ? ਤਾਂ ਮੈਂ ਆਪਣੀ ਮਾਂ ਨੂੰ ਕਿਹਾ, ਮੈਨੂੰ ਨਹੀਂ ਪਤਾ ਇਹ ਮੋਬਾਈਲ ਕਿਸ ਦਾ ਅਤੇ ਕਿੱਥੋਂ ਆਇਆ। ਮੇਰੀ ਭੈਣ ਬੋਲੀ ਕਿ ਮਾਂ ਇਹ ਝੂਠ ਬੋਲ ਰਹੀ ਆ, ਇਹ ਤਾਂ ਇਸ ਦਾ ਹੀ ਮੋਬਾਈਲ ਆ। ਮੈਂ ਖੁਦ ਇਹ ਮੋਬਾਈਲ ਇਸ ਦੇ ਕੋਲ ਦੇਖਿਆ। ਮੇਰੀ ਮਾਂ ਨੇ ਮੇਰੇ ਜ਼ੋਰ ਨਾਲ ਥੱਪੜ ਮਾਰਿਆ ਤੇ ਉਹ ਮੋਬਾਈਲ ਉਸੇ ਸਮੇਂ ਤੋੜ ਦਿੱਤਾ। ਮੇਰੀ ਭੈਣ ਇਹ ਸਭ ਕੁਝ ਦੇਖ ਕੇ ਹੱਸਣ ਲੱਗੀ। ਮੈਨੂੰ ਹੁਣ ਸਮਝ ਆਇਆ ਕਿ ਮੇਰੀ ਭੈਣ ਆਪਣਾ ਮੋਬਾਈਲ ਮੇਰੇ ਕੋਲ ਕਿਉਂ ਛੁਪਾਉਂਦੀ ਸੀ, ਤਾਂ ਕਿ ਜਦੋਂ ਮੈਂ ਉਸ ਦਾ ਮੋਬਾਈਲ ਲੱਭਾਂ ਤਾਂ ਉਹ ਮੈਨੂੰ ਨਾ ਮਿਲੇ। ਅਜਿਹਾ ਹੀ ਹੋਇਆ ਤੇ ਮੇਰੀ ਮਾਂ ਨੇ ਮੇਰਾ ਕਾਲਜ ਜਾਣਾ ਬੰਦ ਕਰ ਦਿੱਤਾ। ਉਹ ਮੇਰੇ 'ਤੇ ਨਿਗਾਹ ਰੱਖਣ ਲੱਗੀ। ਜਦੋਂ ਪਾਪਾ ਨੇ ਪੁੱਛਿਆ ਕਿ ਕਾਲਜ ਕਿਉਂ ਨਹੀਂ ਜਾ ਰਹੀ ਤਾਂ ਮਾਂ ਨੇ ਉਸ ਨੂੰ ਕਿਹਾ, ਇਮਤਿਹਾਨ ਹੋਣ ਵਾਲੇ ਆ, ਇਹ ਘਰ ਰਹਿ ਕੇ ਤਿਆਰੀ ਕਰ ਲਵੇਗੀ। ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਸਭ ਕੁਝ ਦੇਖ ਲਵਾਂਗੀ। ਇੱਕ ਦਿਨ ਮੇਰੇ ਪਾਪਾ ਕਹਿਣ ਲੱਗੇ ਕਿ ਮੇਰਾ ਦੋਸਤ ਚਾਹੁੰਦਾ ਉਹ ਆਪਣੇ ਬੇਟੇ ਦਾ ਵਿਆਹ ਆਪਣੀ ਵੱਡੀ ਬੇਟੀ ਨਾਲ ਕਰ ਦੇਵੇ। ਦੀਦੀ ਦਾ ਰਿਸ਼ਤਾ ਪਾਪਾ ਦੇ ਦੋਸਤ ਦੇ ਘਰ ਤੈਅ ਹੋ ਗਿਆ ਅਤੇ ਇਹ ਰਿਸ਼ਤਾ ਉਸ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪਰ ਹੁਣ ਉਹ ਉਸ ਲੜਕੇ ਨੂੰ ਪਸੰਦ ਨਹੀਂ ਕਰਦੀ ਸੀ। ਮਾਂ ਨੇ ਦੀਦੀ ਨੂੰ ਬਹੁਤ ਸਮਝਾਇਆ, ਪਰ ਉਹ ਮਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਸ ਸਮੇਂ ਮੇਰੀ ਮਾਂ ਨੂੰ ਮੇਰੇ 'ਤੇ ਵਿਸ਼ਵਾਸ ਹੋਇਆ ਤੇ ਮੈਂ ਸੱਚ ਬੋਲ ਰਹੀ ਹਾਂ। ਹੁਣ ਮੇਰਾ ਕਾਲਜ ਜਾਣਾ ਸ਼ੁਰੂ ਹੋ ਗਿਆ, ਕਿਉਂਕਿ ਸਾਰਾ ਸੱਚ ਮਾਂ ਦੇ ਸਾਹਮਣੇ ਆ ਚੁੱਕਿਆ ਸੀ। ਇੱਕ ਦਿਨ ਮੇਰੀ ਬੇਟੀ ਨੇ ਖੁਦ ਮੇਰੇ ਪਾਪਾ ਨੂੰ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਕਿਸੇ ਵੀ ਹਾਲਤ ਵਿੱਚ ਮੈਂ ਤੁਹਾਡੇ ਦੋਸਤ ਦੇ ਬੇਟੇ ਨਾਲ ਵਿਆਹ ਨਹੀਂ ਕਰਵਾਵਾਂਗੀ। ਮੇਰੇ ਪਾਪਾ ਨੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਜਵਾਨ ਦੇ ਚੁੱਕਿਆ, ਹੁਣ ਇਸ ਬਾਰੇ ਮੇਰੇ ਕੋਲ ਕੋਈ ਗੱਲ ਨਾ ਕਰੀਂ। ਪਰ ਦੀਦੀ ਵੀ ਆਪਣੀ ਜਿੱਦ 'ਤੇ ਅੜੀ ਰਹੀ। ਕਹਿਣ ਲੱਗੀ, ਜੇ ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰੋਗੇ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ। ਕਿਸੇ ਵੀ ਹਾਲਤ ਵਿੱਚ ਆਕਾਸ਼ ਦੇ ਨਾਲ ਵਿਆਹ ਨਹੀਂ ਕਰਾਂਗੀ। ਪਰ ਮੇਰੇ ਮਾਂ-ਬਾਪ ਪਰੇਸ਼ਾਨ ਰਹਿਣ ਲੱਗੇ। ਪਾਪਾ ਦੇ ਦੋਸਤ ਵੀ ਵਿਆਹ ਦੇ ਲਈ ਜਲਦੀ ਕਰਨ ਲੱਗੇ, ਕਿਉਂਕਿ ਉਹਨਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਸੀ। ਇੱਕ ਦਿਨ ਦੀਦੀ ਕਹਿਣ ਲੱਗੀ ਕਿ ਮੈਂ ਆਕਾਸ਼ ਨੂੰ ਮਿਲਣ ਜਾ ਰਹੀ ਹਾਂ।
ਘਰ ਵਾਲੇ ਵੀ ਖੁਸ਼ ਸੀ ਕਿ ਚਲੋ ਆਕਾਸ਼ ਨਾਲ ਮਿਲੇਗੀ ਤਾਂ ਉਹ ਇਸ ਨੂੰ ਵਿਆਹ ਦੇ ਲਈ ਤਿਆਰ ਕਰ ਲਵੇਗਾ। ਉਹ ਆਕਾਸ਼ ਨੂੰ ਮਿਲਣ ਚਲੀ ਗਈ। ਜਦੋਂ ਵਾਪਸ ਆਈ ਤਾਂ ਬੜੀ ਖੁਸ਼ ਸੀ। ਮੇਰੀ ਮਾਂ ਵੀ ਉਸ ਨੂੰ ਦੇਖ ਕੇ ਖੁਸ਼ ਹੋ ਗਈ ਤੇ ਸੋਚ ਰਹੀ ਸੀ ਸ਼ਾਇਦ ਆਕਾਸ਼ ਨੇ ਉਸ ਨੂੰ ਵਿਆਹ ਦੇ ਲਈ ਮਨਾ ਲਿਆ ਹੋਵੇਗਾ, ਕਿਉਂਕਿ ਆਕਾਸ਼ ਵੀ ਦੀਦੀ ਨੂੰ ਪਸੰਦ ਕਰਦਾ ਸੀ। ਪਰ ਇਸ ਗੱਲ ਤੋਂ ਸਭ ਲੋਕ ਅਣਜਾਣ ਸੀ ਕਿ ਉਸ ਦੀ ਬੇਟੀ, ਜਿਸ ਨੂੰ ਉਹਨਾਂ ਨੇ ਬਹੁਤ ਲਾਡ ਪਿਆਰ ਨਾਲ ਪਾਲਿਆ ਤੇ ਉਹ ਕਦੇ ਵੀ ਕਿਸੇ ਗੱਲ ਤੇ ਕੋਈ ਪਾਬੰਦੀ ਨਹੀਂ ਲਗਾਈ, ਉਹ ਉਹਨਾਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਣ ਜਾ ਰਹੀ ਆ। ਬੇਟੀਆਂ ਤਾਂ ਮਾਂ-ਬਾਪ ਦੀ ਇੱਜ਼ਤ ਤੇ ਮਾਣ ਹੁੰਦੀਆਂ ਅਤੇ ਆਪਣੇ ਮਾਂ-ਬਾਪ ਦੀ ਇੱਜ਼ਤ ਦੀ ਖਾਤਰ ਆਪਣੀ ਜਾਨ ਵੀ ਦੇ ਦਿੰਦੀਆਂ। ਕੁਝ ਬੇਟੀਆਂ ਅਜਿਹੀਆਂ ਹੁੰਦੀਆਂ ਜੋ ਕੁਝ ਦਿਨ ਦੀ ਮੁਹੱਬਤ ਦੇ ਲਈ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨੂੰ ਆਪਣੇ ਪੈਰਾਂ ਥੱਲੇ ਰੋਲ ਦਿੰਦੀਆਂ। ਉਹ ਇਹ ਨਹੀਂ ਸੋਚਦੀਆਂ ਕਿ ਉਹਨਾਂ ਦੇ ਮਾਤਾ-ਪਿਤਾ ਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੀ ਪਰਵਰਿਸ਼ ਵਿੱਚ ਗੁਜ਼ਾਰ ਦਿੱਤੀ। ਸਾਰੇ ਲੋਕ ਇਹੀ ਸੋਚ ਰਹੇ ਸੀ ਕਿ ਮੇਰੀ ਦੀਦੀ ਆਕਾਸ਼ ਆਪਣੇ ਮੰਗੇਤਰ ਨੂੰ ਮਿਲਣ ਜਾਂਦੀ ਆ। ਪਰ ਮੈਂ ਇੱਕ ਦਿਨ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਮੇਰੀ ਦੀਦੀ ਨੂੰ ਇੱਕ ਲੜਕੇ ਦੇ ਨਾਲ ਮੋਟਰਸਾਈਕਲ 'ਤੇ ਬੈਠੀ ਜਾਂਦੀ ਨੂੰ ਦੇਖਿਆ। ਮੈਂ ਸੋਚਿਆ ਹੋ ਸਕਦਾ ਆਕਾਸ਼ ਵੀਰ ਜੀ ਹੋਣਗੇ, ਪਰ ਜਦੋਂ ਮੈਂ ਘਰ ਆਈ ਤਾਂ ਅੰਕਲ ਅਤੇ ਆਕਾਸ਼ ਸਾਡੇ ਘਰ ਵਿੱਚ ਹੀ ਬੈਠੇ ਸੀ। ਮਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਦੀਦੀ ਉਸ ਨੂੰ ਝੂਠ ਬੋਲ ਰਹੀ ਆ। ਉਹ ਜੋ ਕੁਝ ਵੀ ਕਰ ਰਹੀ ਸੀ ਉਹ ਸਭ ਗਲਤ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਕਾਸ਼ ਪੜ੍ਹੇ ਲਿਖੇ ਹਨ ਤੇ ਉਹਨਾਂ ਨੂੰ ਬਹੁਤ ਚੰਗੀ ਨੌਕਰੀ ਮਿਲਣ ਵਾਲੀ ਆ। ਅੱਜ ਉਹ ਸਾਡੇ ਘਰੇ ਵਿਆਹ ਦੀ ਡੇਟ ਫਿਕਸ ਕਰਨ ਆਏ ਸੀ। ਪਾਪਾ ਨੇ 1 ਮਹੀਨੇ ਦੇ ਬਾਅਦ ਦੀ ਤਰੀਕ ਦਿੱਤੀ। ਦੀਦੀ ਘਰ ਆ ਗਈ ਤੇ ਸਭ ਨੂੰ ਦੇਖ ਕੇ ਹੈਰਾਨ ਰਹਿ ਗਈ। ਆਂਟੀ ਉੱਠੀ ਅਤੇ ਪਿਆਰ ਨਾਲ ਉਸਦੇ ਸਿਰ 'ਤੇ ਹੱਥ ਰੱਖਣ ਲੱਗੀ, ਪਰ ਦੀਦੀ ਨੇ ਉਹਨਾਂ ਦਾ ਹੱਥ ਝਟਕਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮਾਂ ਨੇ ਉਹਨਾਂ ਨੂੰ ਕਿਹਾ ਕਿ ਸ਼ਰਮਾ ਗਈ ਹੋਵੇਗੀ। ਅੰਕਲ, ਆਂਟੀ ਅਤੇ ਆਕਾਸ਼ ਚਲੇ ਗਏ। ਮੈਂ ਮਠਿਆਈ ਵਾਲੀ ਪਲੇਟ ਲੈ ਕੇ ਕਮਰੇ ਵਿੱਚ ਗਈ। ਉਹ ਮਠਿਆਈ ਦੀ ਪਲੇਟ ਮੇਰੇ ਹੱਥੋਂ ਚਲਾ ਕੇ ਮਾਰੀ ਤੇ ਚੀਖ ਕੇ ਕਹਿਣ ਲੱਗੀ, ਤੁਸੀਂ ਮੇਰੀ ਜ਼ਿੰਦਗੀ ਦਾ ਫੈਸਲਾ ਮੇਰੇ ਤੋਂ ਪੁੱਛੇ ਬਗੈਰ ਕਰੋਗੇ? ਮੈਂ ਕਿਹਾ, ਦੀਦੀ ਤੁਹਾਨੂੰ ਕੀ ਹੋ ਗਿਆ? ਤੁਸੀਂ ਆਕਾਸ਼ ਨਾਲ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੇ? ਉਸ ਵਿੱਚ ਕੀ ਕਮੀ ਆ? ਤਾਂ ਉਹ ਕਹਿਣ ਲੱਗੀ ਕਿ ਜੇ ਤੈਨੂੰ ਇੰਨਾ ਹੀ ਪਸੰਦ ਆ ਤਾਂ ਤੂੰ ਵਿਆਹ ਕਰ ਲਾ, ਮੇਰਾ ਪਿੱਛਾ ਛੱਡ। ਮੈਂ ਦੀਦੀ ਨੂੰ ਬਹੁਤ ਸਮਝਾਇਆ ਕਿ ਪਾਪਾ ਨੂੰ ਤੇਰੇ ਉੱਤੇ ਬਹੁਤ ਮਾਣ ਆ। ਤੂੰ ਜੋ ਵੀ ਗੱਲ ਕਹੀ ਉਹਨਾਂ ਨੇ ਹਮੇਸ਼ਾ ਤੇਰੀ ਗੱਲ ਮੰਨ ਰਹੀ ਆ। ਹੁਣ ਤੂੰ ਕਿਉਂ ਉਹਨਾਂ ਨਾਲ ਅਜਿਹਾ ਕਰ ਰਹੀ ਆ? ਇੰਨਾ ਸੁਣ ਕੇ ਮੇਰੀ ਮਾਂ ਵੀ ਸਾਡੇ ਕੋਲ ਆ ਗਈ ਤੇ ਉਹ ਹੱਥ ਜੋੜ ਕੇ ਕਹਿਣ ਲੱਗੀ, ਪੁੱਤ ਥੋੜਾ ਤਾਂ ਸਾਡੀ ਇੱਜ਼ਤ ਦਾ ਖਿਆਲ ਕਰ ਲਾ। ਉਹ ਬਿਨਾਂ ਕੁਝ ਕਹੇ ਕਮਰੇ ਵਿੱਚੋਂ ਚਲੀ ਗਈ ਤੇ ਪਾਪਾ ਕੋਲ ਜਾ ਪਹੁੰਚੀ ਤੇ ਕਹਿੰਦੀ, ਮੇਗਾ ਦਾ ਵਿਆਹ ਆਕਾਸ਼ ਨਾਲ ਕਰ ਦਿਓ। ਮੈਂ ਆਪਣਾ ਵਿਆਹ ਆਪਣੇ ਮਨਪਸੰਦ ਲੜਕੇ ਨਾਲ ਕਰਾਂਗੀ। ਪਾਪਾ ਨੇ ਗੁੱਸੇ ਵਿੱਚ ਆ ਕੇ ਉਸਦੇ ਥੱਪੜ ਮਾਰ ਦਿੱਤਾ। ਮਾਂ ਨੇ ਪਾਪਾ ਨੂੰ ਸਮਝਾਇਆ ਕਿ ਤੁਸੀਂ ਗੁੱਸਾ ਨਾ ਕਰੋ, ਇਹ ਅਜੇ ਨਿਦਾਨ ਆ। ਜਦੋਂ ਇਸ ਦਾ ਵਿਆਹ ਹੋ ਜਾਵੇਗਾ ਤਾਂ ਸਭ ਕੁਝ ਠੀਕ ਹੋ ਜਾਵੇਗਾ। ਪਾਪਾ ਨੇ ਕਿਹਾ ਕਿ ਇਹ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਹੀ ਰਹੇਗੀ, ਪਰ ਤੂੰ ਵੀ ਇਸ ਨੂੰ ਸਾਫ਼-ਸਾਫ਼ ਕਹਿ ਦੇਵੀਂ, ਜੇ ਇਸ ਨੇ ਅਜਿਹਾ ਕੁਝ ਕੀਤਾ ਤਾਂ ਮੈਂ ਜ਼ਿੰਦਗੀ ਭਰ ਇਸ ਨੂੰ ਮਾਫ਼ ਨਹੀਂ ਕਰਾਂਗਾ। ਜੇ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਹੈ ਤਾਂ ਮੇਰੀ ਇੱਕ ਸ਼ਰਤ ਆ, ਇਸ ਨੂੰ ਕਹਿ ਉਸ ਲੜਕੇ ਨੂੰ ਇੱਥੇ ਬੁਲਾਵੇ। ਮੈਂ ਉਸੇ ਦਿਨ ਇਸ ਦਾ ਵਿਆਹ ਕਰਕੇ ਇਸ ਨੂੰ ਵਿਦਾ ਕਰ ਦੇਵਾਂਗਾ। ਉਸ ਤੋਂ ਬਾਅਦ ਇਹਦਾ ਤੇ ਮੇਰਾ ਰਿਸ਼ਤਾ ਖਤਮ। ਇਹ ਆਪਣੇ ਘਰ ਨਹੀਂ ਆਵੇਗੀ ਤੇ ਤੂੰ ਵੀ ਇਸ ਨੂੰ ਭੁੱਲ ਜਾਈਂ। ਸਿਰਫ ਇੰਨਾ ਯਾਦ ਰੱਖੀਂ ਕਿ ਆਪਣੇ ਇੱਕ ਹੀ ਬੇਟੀ ਆ। ਇਹ ਸੁਣ ਕੇ ਮੇਰੀ ਮਾਂ ਰੋਣ ਲੱਗ ਗਈ, ਪਰ ਮੇਰੀ ਦੀਦੀ ਨੂੰ ਇਹ ਗੱਲ 'ਤੇ ਕੋਈ ਅਫਸੋਸ ਨਹੀਂ ਹੋਇਆ, ਬਲਕਿ ਉਹ ਤਾਂ ਬਹੁਤ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਬਸ ਇੱਕ ਵਾਰ ਮੇਰਾ ਵਿਆਹ ਹੋ ਜਾਵੇ, ਫਿਰ ਮੈਂ ਪਾਪਾ ਨੂੰ ਖੁਦ ਮਨਾ ਲਵਾਂਗੀ, ਉਹ ਮੰਨ ਜਾਣਗੇ। ਦੀਦੀ ਦੇ ਤਾਂ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸੀ, ਉਹ ਤਾਂ ਅਸਮਾਨ ਵਿੱਚ ਉੱਡ ਰਹੀ ਸੀ। ਜਦੋਂ ਦੀਦੀ ਨੇ ਉਸ ਲੜਕੇ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਾ ਚੁੱਕਿਆ। ਪਾਪਾ ਵੀ ਬਹੁਤ ਪਰੇਸ਼ਾਨ ਸੀ ਕਿ ਉਹ ਆਪਣੇ ਦੋਸਤ ਨੂੰ ਕੀ ਕਹਿਣਗੇ, ਕਿਉਂਕਿ ਵਿਆਹ ਦੇ ਦਿਨ ਵੀ ਨੇੜੇ ਆ ਰਹੇ ਸੀ। ਉਹ ਲੜਕਾ ਦੀਦੀ ਦਾ ਫੋਨ ਨਹੀਂ ਚੁੱਕਦਾ ਸੀ। ਦੀਦੀ ਬਿਮਾਰ ਰਹਿਣ ਲੱਗੀ। ਆਕਾਸ਼ ਨੂੰ ਵੀ ਇਹ ਸਭ ਦਾ ਪਤਾ ਲੱਗ ਗਿਆ। ਉਹ ਦੀਦੀ ਦਾ ਪਤਾ ਲੈਣ ਘਰ ਆਏ। ਉਸ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕੀਤਾ ਤੇ ਕਹਿਣ ਲੱਗੀ, ਤੇਰੀ ਕੀ ਹੈਸੀਅਤ ਆ ਮੇਰੇ ਨਾਲ ਵਿਆਹ ਕਰਨ ਦੀ? ਉਹ ਕਹਿਣ ਲੱਗੇ, ਜਦੋਂ ਤੂੰ ਪਹਿਲੀ ਵਾਰ ਵਿਆਹ ਲਈ ਕਿਹਾ ਸੀ ਤਾਂ ਉਦੋਂ ਹੀ ਕਿਉਂ ਨਹੀਂ ਮਨਾ ਕੀਤਾ? 4 ਸਾਲਾਂ ਬਾਅਦ ਵਿੱਚ ਅਜਿਹਾ ਕੀ ਹੋ ਗਿਆ ਜੋ ਤੂੰ ਅੱਜ ਇਹ ਫੈਸਲਾ ਬਦਲ ਲਿਆ?
ਤੂੰ ਮੈਨੂੰ ਉਦੋਂ ਹੀ ਮਨਾ ਕਰ ਦਿੰਦੀ। ਹੁਣ ਤਾਂ ਵਿਆਹ ਦੀ ਡੇਟ ਫਿਕਸ ਹੋ ਚੁੱਕੀ ਆ ਤੇ ਮੇਰੀ ਵੀ ਇੱਜ਼ਤ ਦਾ ਸਵਾਲ ਆ, ਮੈਂ ਪਿੱਛੇ ਨਹੀਂ ਹਟ ਸਕਦਾ। ਦੀਦੀ ਕਹਿੰਦੀ ਤੂੰ ਜੋ ਕਰਨਾ ਕਰ ਲਾ, ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਵਾਂਗੀ। ਉਧਰ ਉਹ ਦੀਦੀ ਦਾ ਫੋਨ ਨਹੀਂ ਚੁੱਕ ਰਿਹਾ ਸੀ। ਮਜਬੂਰ ਹੋ ਕੇ ਦੀਦੀ ਨੂੰ ਪਾਪਾ ਦਾ ਫੈਸਲਾ ਮੰਨਣਾ ਪਿਆ। ਪਾਪਾ ਨੇ ਉਸ ਨੂੰ 10 ਦਿਨਾਂ ਦਾ ਸਮਾਂ ਦਿੱਤਾ ਤੇ ਕਿਹਾ ਸੀ, ਜੇ ਉਹ ਇੱਜ਼ਤ ਨਾਲ ਤੇਰਾ ਰਿਸ਼ਤਾ ਮੰਗਣ ਆਉਂਦਾ ਤਾਂ ਮੈਂ ਤੈਨੂੰ ਉਸ ਦੇ ਨਾਲ ਤੋਰ ਦੇਵਾਂਗਾ। ਜੇ ਉਹ ਨਹੀਂ ਆਇਆ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ। ਉਹ ਨਹੀਂ ਆਇਆ ਤੇ ਨਾ ਹੀ ਉਸਨੇ ਦੀਦੀ ਦਾ ਫੋਨ ਚੁੱਕਿਆ। ਹੁਣ ਵਿਆਹ ਦਾ ਦਿਨ ਆ ਗਿਆ। ਘਰ ਵਿੱਚ ਮਹਿਮਾਨ ਆਉਣ ਲੱਗੇ। ਦੀਦੀ ਦਾ ਰੋ ਰੋ ਕੇ ਬੁਰਾ ਹਾਲ ਸੀ। ਮੇਰੇ ਮੰਮੀ ਪਾਪਾ ਨੇ ਦੀਦੀ ਨੂੰ ਬਹੁਤ ਸਮਝਾਇਆ ਕਿ ਜੇ ਉਹ ਲੜਕਾ ਤੈਨੂੰ ਸੱਚੀ ਮੁਹੱਬਤ ਕਰਦਾ ਹੁੰਦਾ ਤਾਂ ਜਿਸ ਦਿਨ ਤੇਰਾ ਰਿਸ਼ਤਾ ਪੱਕਾ ਹੋਇਆ ਸੀ ਉਸੇ ਦਿਨ ਮੇਰੇ ਨਾਲ ਗੱਲ ਕਰਨ ਆਉਂਦਾ। ਉਸਨੇ ਸਿਰਫ ਤੇਰੇ ਨਾਲ ਧੋਖਾ ਕਰਨਾ ਸੀ। ਪਰ ਦੀਦੀ ਤਾਂ ਉਸਦੀ ਮੁਹੱਬਤ ਵਿੱਚ ਅੰਨੀ ਹੋ ਚੁੱਕੀ ਸੀ। ਉਹ ਸਿਰਫ ਆਪਣਾ ਹੀ ਸੋਚ ਰਹੀ ਸੀ। ਦੀਦੀ ਨੇ ਤਾਂ ਵੈਸੇ ਵੀ ਸ਼ੁਰੂ 'ਚ ਬਸ ਆਪਣਾ ਹੀ ਸੋਚਿਆ ਸੀ। ਉਸ ਦੀ ਵਜ੍ਹਾ ਨਾਲ ਕੀ ਕੁਝ ਹੋ ਜਾਵੇਗਾ ਉਸ ਨੂੰ ਕੋਈ ਖਬਰ ਨਹੀਂ ਸੀ। ਦੀਦੀ ਦਾ ਵਿਆਹ ਦੀਆਂ ਲਾਵਾਂ ਸ਼ੁਰੂ ਹੋਣ ਵਾਲੀਆਂ ਸੀ ਤਾਂ ਦੀਦੀ ਘਰੋਂ ਭੱਜ ਗਈ। ਇਹ ਸੋਚਦੇ ਹੀ ਮੇਰੇ ਪਾਪਾ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਲੱਗੀ। ਪਾਪਾ ਦੇ ਦੋਸਤ ਅਤੇ ਆਕਾਸ਼ ਨੂੰ ਵੀ ਪਤਾ ਲੱਗ ਚੁੱਕਿਆ ਸੀ। ਸਭ ਲੋਕ ਦੁਲਹਨ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ, ਪਰ ਉਹ ਤਾਂ ਆਪਣੇ ਬਾਪ ਦੀ ਇੱਜ਼ਤ ਉਤਾਰ ਕੇ ਚਲੀ ਗਈ ਸੀ। ਮੇਰੇ ਪਾਪਾ ਰੋ ਰੋ ਕੇ ਇਹੀ ਕਹਿ ਰਹੇ ਸੀ ਕਿ ਹੁਣ ਮੈਂ ਲੋਕਾਂ ਵਿੱਚ ਕੀ ਮੂੰਹ ਦਿਖਾਵਾਂਗਾ ਕਿ ਮੇਰੀ ਬੇਟੀ ਆਪਣਾ ਹੀ ਵਿਆਹ ਛੱਡ ਕੇ ਕਿਉਂ ਚਲੀ ਗਈ। ਪਾਪਾ ਦੇ ਦੋਸਤ ਪਾਪਾ ਨੂੰ ਕਹਿਣ ਲੱਗੇ, ਤੂੰ ਫਿਕਰ ਨਾ ਕਰ, ਆ ਮੇਗਾ ਵੀ ਸਾਡੀ ਹੀ ਬੇਟੀ ਆ। ਜੇ ਤੂੰ ਚਾਹੇ ਤਾਂ ਅਸੀਂ ਮੇਗਾ ਨਾਲ ਆਕਾਸ਼ ਦਾ ਵਿਆਹ ਕਰ ਦਿੰਦੇ ਹਾਂ। ਪਾਪਾ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਉਸ ਦੀਆਂ ਅੱਖਾਂ ਵਿੱਚ ਇੱਕ ਉਮੀਦ ਦਿਖਾਈ ਦਿੱਤੀ। ਪਰ ਇਹ ਸੁਣ ਕੇ ਮੈਂ ਮਾਂ ਦੇ ਗਲ ਲੱਗ ਕੇ ਰੋਣ ਲੱਗ ਗਈ, ਕਿਉਂਕਿ ਦੀਦੀ ਤੋਂ ਕੁਝ ਦਿਨ ਪਹਿਲਾਂ ਹੀ ਮੇਰੀ ਵੀ ਮੰਗਣੀ ਹੋ ਗਈ ਸੀ। ਪਾਪਾ ਨੇ ਕਿਹਾ ਕਿ ਮੇਗਾ ਦੀ ਤਾਂ ਮੰਗਣੀ ਹੋ ਚੁੱਕੀ ਆ, ਮੈਂ ਉਹਨਾਂ ਲੋਕਾਂ ਨੂੰ ਕੀ ਕਹੂੰਗਾ। ਤਾਂ ਪਾਪਾ ਦੇ ਦੋਸਤ ਕਹਿਣ ਲੱਗੇ, ਮੰਗਣੀ ਹੀ ਹੋਈ ਆ, ਵਿਆਹ ਤਾਂ ਨਹੀਂ ਹੋਇਆ। ਉਹਨਾਂ ਨੂੰ ਕਹਿ ਦੇਣਾ ਇਸ ਤਰ੍ਹਾਂ ਅਚਾਨਕ ਮੇਰਾ ਵਿਆਹ ਹੋ ਗਿਆ। ਇਸ ਤਰ੍ਹਾਂ ਅਚਾਨਕ ਮੇਰਾ ਆਕਾਸ਼ ਨਾਲ ਵਿਆਹ ਹੋ ਗਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਅੱਜ ਉਹ ਮੇਰੇ ਸਾਹਮਣੇ ਮੇਰਾ ਪਤੀ ਬਣ ਕੇ ਖੜਾ ਸੀ। ਲੜਕੀਆਂ ਦੇ ਨਾਲ ਹੀ ਹਮੇਸ਼ਾ ਇਸ ਤਰ੍ਹਾਂ ਕਿਉਂ ਹੁੰਦਾ? ਸਾਨੂੰ ਹਮੇਸ਼ਾ ਕੁਰਬਾਨੀ ਦੇਣੀ ਪੈਂਦੀ ਆ। ਮਾਂ-ਬਾਪ ਆਪਣੀ ਇੱਜ਼ਤ ਦੀ ਖਾਤਰ ਆਪਣੀ ਦੂਜੀ ਬੇਟੀ ਦੇ ਸੁਪਨਿਆਂ ਨੂੰ ਤੋੜ ਕੇ ਰੱਖ ਦਿੰਦੇ ਆ। ਮੇਰੀ ਭੈਣ ਦੇ ਕੀਤੇ ਦੀ ਸਜ਼ਾ ਮੈਨੂੰ ਮਿਲ ਗਈ ਸੀ। ਉਹ ਖੁਦ ਨਾ ਜਾਣੇ ਕਿੱਥੇ ਚਲੀ ਗਈ ਸੀ। ਕਿਸੇ ਨੇ ਵੀ ਉਸ ਦੀ ਖਬਰ ਨਾ ਲਈ ਤੇ ਪਾਪਾ ਨੇ ਕਹਿ ਦਿੱਤਾ ਸੀ ਕਿ ਉਹ ਆਪਣੇ ਲਈ ਮਰ ਚੁੱਕੀ ਆ। ਮੈਂ ਆਪਣੇ ਮਾਤਾ-ਪਿਤਾ ਦੀਆਂ ਦੁਆਵਾਂ ਲੈ ਕੇ ਵਿਦਾ ਹੋ ਕੇ ਸਹੁਰੇ ਘਰ ਚਲੀ ਗਈ। ਪਰ ਹਾਲੇ ਵੀ ਮੇਰਾ ਇਮਤਿਹਾਨ ਖਤਮ ਨਹੀਂ ਹੋਇਆ ਸੀ। ਜ਼ਿੰਦਗੀ ਵੀ ਉਹਨਾਂ ਲੋਕਾਂ ਦਾ ਇਮਤਿਹਾਨ ਵਾਰ-ਵਾਰ ਲੈਂਦੀ ਆ ਜੋ ਪਹਿਲਾਂ ਹੀ ਬਿਖਰੇ ਹੋਏ ਹੁੰਦੇ ਆ। ਮਾਂ ਨੇ ਮੈਨੂੰ ਸਮਝਾਇਆ ਕਿ ਹੁਣ ਤੂੰ ਸਭ ਕੁਝ ਭੁੱਲ ਜਾ, ਅੱਗੇ ਰਿਸ਼ਤਾ ਨਿਭਾਈ। ਹੁਣ ਉਹੀ ਤੇਰਾ ਘਰ ਆ, ਪਰ ਇੱਕ ਲੜਕੀ ਦਾ ਕਦੇ ਆਪਣਾ ਘਰ ਨਹੀਂ ਹੁੰਦਾ। ਉਹ ਤਾਂ ਹਮੇਸ਼ਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਰਹਿੰਦੀ ਆ। ਸਾਰੀ ਉਮਰ ਮਾਂ-ਬਾਪ ਦੇ ਘਰ ਇਹ ਸੁਣਦੀ ਰਹਿੰਦੀ ਆ ਕਿ ਤੂੰ ਪਰਾਇਆ ਧਨ ਆ ਤੇ ਆਪਣੇ ਘਰ ਜਾਣਾ। ਜਦੋਂ ਵਿਆਹ ਕੇ ਜਾਂਦੀ ਆ ਤਾਂ ਸੱਸ ਕਹਿੰਦੀ ਆ, ਇਹ ਤੇਰਾ ਘਰ ਨਹੀਂ, ਮੇਰੇ ਬੇਟੇ ਦਾ। ਮੇਰੇ ਬੇਟੇ ਨਾਲ ਤੇਰੇ ਮਜਬੂਰੀ ਵਿੱਚ ਵਿਆਹ ਕੀਤਾ ਸੀ। ਮੇਰਾ ਪਤੀ ਮੇਰੀ ਭੈਣ ਦਾ ਮੰਗੇਤਰ ਸੀ। ਉਹ ਉਸ ਨੂੰ ਮੁਹੱਬਤ ਕਰਦਾ ਸੀ। ਉਸ ਦਿਨ ਬਹੁਤ ਜ਼ਿਆਦਾ ਰੋਇਆ ਸੀ। ਉਸ ਨੇ ਮੇਰੀ ਭੈਣ ਦਾ ਧੋਖਾ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੇਰੇ ਪਤੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਮੈਨੂੰ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਮਜਬੂਰੀ ਵਿੱਚ ਬਣਾਏ ਰਿਸ਼ਤੇ ਕਦੇ ਕਾਮਯਾਬ ਨਹੀਂ ਹੁੰਦੇ। ਮੈਨੂੰ ਹਾਲੇ ਇਹ ਸਭ ਚੀਜ਼ਾਂ ਵਿੱਚੋਂ ਨਿਕਲਣ ਦੇ ਲਈ ਥੋੜ੍ਹਾ ਸਮਾਂ ਚਾਹੀਦਾ ਸੀ। ਜਦੋਂ ਮੈਂ ਆਪਣੇ ਪੇਕੇ ਜਾਂਦੀ ਤਾਂ ਮਾਂ ਮੈਨੂੰ ਸਮਝਾਉਣ ਲੱਗਦੀ। ਪਾਪਾ ਵੀ ਮੈਨੂੰ ਜ਼ਿਆਦਾ ਮੁਹੱਬਤ ਕਰਨ ਲੱਗੇ ਕਿਉਂਕਿ ਮੈਂ ਉਹਨਾਂ ਦੀ ਇੱਜ਼ਤ ਬਚਾਈ ਸੀ। ਪਾਪਾ ਨੇ ਮੈਨੂੰ ਕਿਹਾ, ਜੋ ਲੜਕੀਆਂ ਆਪਣੇ ਪਤੀ ਦਾ ਦਿਲ ਜਿੱਤਣਾ ਜਾਣਦੀਆਂ ਉਹ ਕਦੇ ਵੀ ਹਾਰ ਨਹੀਂ ਮੰਨਦੀਆਂ। ਤੂੰ ਵੀ ਆਪਣੇ ਪਤੀ ਦੇ ਦਿਲ 'ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ। ਜਦੋਂ ਤੂੰ ਉਸ ਦਾ ਦਿਲ ਜਿੱਤ ਲਵੇਂਗੀ ਤਾਂ ਉਹ ਆਪਣਾ ਅਤੀਤ ਭੁੱਲ ਜਾਵੇਗਾ। ਮੈਂ ਜਾਣਦਾ ਹਾਂ ਮੈਂ ਤੇਰੇ ਨਾਲ ਸਹੀ ਨਹੀਂ ਕੀਤਾ। ਆਕਾਸ਼ ਬਹੁਤ ਸ਼ਰੀਫ ਲੜਕਾ। ਹੁਣ ਉਹ ਸਦਮੇ ਵਿੱਚ ਆ। ਉਸ ਦੇ ਦਿਲ 'ਤੇ ਚੋਟ ਲੱਗੀ ਆ।
ਦੇਖੀ ਇੱਕ ਸਮਾਂ ਆਊਗਾ ਜਦੋਂ ਤੂੰ ਮੈਨੂੰ ਖੁਦ ਆ ਕੇ ਕਹੇਂਗੀ ਕਿ ਪਾਪਾ ਮੇਰੇ ਲਈ ਤੁਸੀਂ ਚੰਗਾ ਫੈਸਲਾ ਕੀਤਾ ਸੀ। ਮੈਂ ਵੀ ਇਸ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ ਕਿ ਆਪਣੇ ਪਤੀ ਦਾ ਅਤੇ ਆਪਣੇ ਸਹੁਰੇ ਵਾਲਿਆਂ ਦਾ ਦਿਲ ਜਿੱਤ ਸਕਾਂ। ਮੇਰਾ ਸਹੁਰਾ ਤਾਂ ਬਹੁਤ ਚੰਗਾ ਸੀ ਤੇ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਮੇਰੀ ਸੱਸ ਅਤੇ ਮੇਰੀ ਨਣਦ ਮੈਨੂੰ ਪਸੰਦ ਨਹੀਂ ਕਰਦੀਆਂ ਕਿਉਂਕਿ ਮੇਰੀ ਭੈਣ ਉਹਨਾਂ ਨੂੰ ਧੋਖਾ ਦੇ ਗਈ ਸੀ। ਇਸ ਲਈ ਉਹ ਗੁੱਸਾ ਮੇਰੇ 'ਤੇ ਕੱਢਦੀਆਂ ਸੀ। ਮੇਰੇ ਪਤੀ ਨੂੰ ਨੌਕਰੀ ਮਿਲ ਗਈ ਸੀ ਤੇ ਕੰਪਨੀ ਦੇ ਵੱਲੋਂ ਘਰ ਵਿੱਚ ਅਤੇ ਗੱਡੀ ਵੀ ਮਿਲੀ ਸੀ। ਤਾਂ ਮੇਰੇ ਸਹੁਰਾ ਸਾਹਿਬ ਨੇ ਕਿਹਾ ਕਿ ਮੇਘਾ ਦੇ ਕਦਮ ਆਪਣੇ ਘਰ ਦੇ ਲਈ ਬਹੁਤ ਚੰਗੇ ਆ, ਪਰ ਸਾਰਿਆਂ ਨੇ ਇਹ ਗੱਲ ਹਵਾ ਵਿੱਚ ਉਡਾ ਦਿੱਤੀ ਸੀ। ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀ ਕਿਉਂਕਿ ਹਰ ਇਨਸਾਨ ਨੂੰ ਆਪਣੇ ਨਸੀਬ ਦਾ ਮਿਲਦਾ। ਸਮਾਂ ਇਸ ਤਰ੍ਹਾਂ ਹੀ ਨਿਕਲਦਾ ਜਾ ਰਿਹਾ ਸੀ। ਕੁਝ ਦਿਨਾਂ ਬਾਅਦ ਮੇਰੀ ਮਾਂ ਦਾ ਫੋਨ ਆਇਆ ਕਿ ਤੇਰੇ ਪਾਪਾ ਦਾ ਦੇਹਾਂਤ ਹੋ ਗਿਆ। ਮੈਂ ਸਿਰ ਫੜ ਕੇ ਬੈਠ ਗਈ ਕਿਉਂਕਿ ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੇਰੇ ਸਹੁਰੇ ਨੇ ਮੈਨੂੰ ਕਿਹਾ, ਬੇਟਾ ਤੂੰ ਆਪਣੇ ਆਪ ਨੂੰ ਸੰਭਾਲ, ਤੂੰ ਜਾ ਕੇ ਆਪਣੀ ਮਾਂ ਨੂੰ ਵੀ ਸੰਭਾਲਣਾ। ਮੈਂ ਆਪਣੇ ਪੇਕੇ ਗਈ ਤਾਂ ਘਰ ਵਿੱਚ ਪਾਪਾ ਦੀ ਲਾਸ਼ ਪਈ ਸੀ। ਆਸੇ-ਪਾਸੇ ਬੈਠੇ ਲੋਕ ਘੁਸਰ-ਮੁਸਰ ਕਰ ਰਹੇ ਸੀ। ਜਵਾਨ ਬੇਟੀ ਘਰੋਂ ਭੱਜ ਗਈ। ਕਦੋਂ ਤੱਕ ਬਜ਼ੁਰਗ ਬਾਪ ਬੇਇੱਜ਼ਤੀ ਬਰਦਾਸ਼ਤ ਕਰਦਾ। ਹੋਰ ਪਤਾ ਨਹੀਂ ਲੋਕ ਕੀ ਗੱਲਾਂ ਕਰ ਰਹੇ ਸੀ। ਮਾਂ ਦੀ ਹਾਲਤ ਵੀ ਬਹੁਤ ਖਰਾਬ ਸੀ। ਹੁਣ ਮਾਂ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਸੀ। ਇਸ ਲਈ ਮੇਰੇ ਸਹੁਰੇ ਨੇ ਕਿਹਾ ਕਿ ਆਪਾਂ ਤੇਰੀ ਮਾਂ ਨੂੰ ਵੀ ਆਪਣੇ ਘਰ ਹੀ ਲੈ ਚੱਲਦੇ ਹਾਂ, ਉੱਥੇ ਤੂੰ ਇਸ ਦਾ ਖਿਆਲ ਰੱਖੀ। ਮੇਰੀ ਮਾਂ ਮੇਰੇ ਸਹੁਰੇ ਘਰ ਰਹਿਣਾ ਨਹੀਂ ਚਾਹੁੰਦੀ ਸੀ, ਪਰ ਫਿਰ ਵੀ ਮਜਬੂਰਨ ਉਸ ਨੂੰ ਰਹਿਣਾ ਪਿਆ। ਮੇਰੇ ਵਿਆਹ ਨੂੰ 5 ਮਹੀਨੇ ਹੋ ਚੁੱਕੇ ਸੀ। ਮੇਰੇ ਨੰਬਰ 'ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਆਈ ਤੇ ਫੋਟੋ ਜਿਸ ਨੂੰ ਕਿਸੇ ਲੜਕੇ ਦੇ ਨਾਲ ਐਡਿਟ ਕੀਤਾ ਹੋਇਆ ਸੀ, ਉਹ ਮੇਰੀਆਂ ਫੋਟੋਆਂ ਸੀ। ਮੈਂ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਈ ਕਿ ਇਸ ਲੜਕੇ ਦੇ ਨਾਲ ਮੇਰੀ ਫੋਟੋ ਕਿਵੇਂ ਆਈ। ਉਹ ਮੈਨੂੰ ਬਲੈਕਮੇਲ ਕਰ ਰਿਹਾ ਸੀ। ਇਹ ਉਹੀ ਲੜਕਾ ਸੀ ਜਿਸ ਦੇ ਨਾਲ ਮੇਰੀ ਮੰਗਣੀ ਹੋਈ ਸੀ। ਮੈਂ ਤਾਂ ਰੱਬ ਦਾ ਸ਼ੁਕਰ ਕਰ ਰਹੀ ਸੀ ਕਿ ਮੈਂ ਇਹੋ ਜਿਹੇ ਲੜਕੇ ਤੋਂ ਬਚ ਗਈ, ਪਰ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਇਹ ਸਭ ਮੇਰੇ ਪਤੀ ਨੂੰ ਨਾ ਪਤਾ ਲੱਗ ਜਾਵੇ। ਇਸ ਲਈ ਮੈਂ ਆਪਣਾ ਫੋਨ ਬੰਦ ਰੱਖਦੀ। ਹੁਣ ਉਹ ਮੇਰੇ ਪਤੀ ਦੇ ਨੰਬਰ 'ਤੇ ਕਾਲ ਕਰਨ ਲੱਗਿਆ। ਮੇਰੇ ਪਤੀ ਦਾ ਵਰਤਾਵ ਵੀ ਮੇਰੇ ਨਾਲ ਚੰਗਾ ਹੋ ਗਿਆ ਸੀ, ਪਰ ਮੈਂ ਹਮੇਸ਼ਾ ਡਰੀ ਸਹਿਮੀ ਰਹਿੰਦੀ ਕਿ ਕਿਤੇ ਉਹ ਲੜਕਾ ਮੇਰੀਆਂ ਫੋਟੋਆਂ ਮੇਰੇ ਪਤੀ ਨੂੰ ਨਾ ਸੈਂਡ ਕਰ ਦੇਵੇ। ਇੱਕ ਦਿਨ ਮੇਰੇ ਪਤੀ ਮੈਨੂੰ ਕਹਿਣ ਲੱਗੇ, ਮੈਂ ਤੇਰੇ ਨਾਲ ਗੱਲ ਕਰਨੀ ਆ। ਤੇਰੇ ਪਿਤਾ ਦੇ ਦੇਹਾਂਤ ਕਾਰਨ ਮੇਰੇ ਤੋਂ ਗੱਲ ਨਹੀਂ ਹੋਈ। ਮੈਂ ਸੋਚਿਆ ਕਿ ਅਜਿਹੀ ਕਿਹੜੀ ਗੱਲ ਕਰਨੀ ਆ। ਉਹਨਾਂ ਨੇ ਮੈਨੂੰ ਦੱਸਿਆ ਕਿ ਜਿਸ ਨਾਲ ਤੇਰੀ ਮੰਗਣੀ ਹੋਈ ਸੀ, ਉਹ ਉਹੀ ਆਦਮੀ ਸੀ ਜਿਸ ਨਾਲ ਤੇਰੀ ਭੈਣ ਵਿਆਹ ਕਰਨਾ ਚਾਹੁੰਦੀ ਸੀ। ਉਸ ਦੇ ਨਾਲ ਘਰ ਛੱਡ ਕੇ ਭੱਜ ਗਈ, ਪਰ ਉਹ ਲੜਕਾ ਚੰਗਾ ਨਹੀਂ ਸੀ। ਜਿਸ ਦਿਨ ਮੇਰੀ ਤੇ ਤੇਰੀ ਭੈਣ ਦੀ ਮੰਗਣੀ ਹੋਈ ਸੀ, ਉਸ ਦਿਨ ਉਸ ਲੜਕੇ ਨੇ ਤੇਰੇ ਲਈ ਰਿਸ਼ਤਾ ਭੇਜਿਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਤੇਰੇ ਬਾਪ ਕੋਲ ਬਹੁਤ ਸਾਰੀ ਪ੍ਰਾਪਰਟੀ ਆ ਤੇ ਤੁਸੀਂ 2 ਭੈਣਾਂ ਹੀ ਆ। ਇਸ ਲਈ ਉਹ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਤੇ ਦੂਜੀ ਨੂੰ ਫਸਾ ਕੇ ਰੱਖਣਾ ਚਾਹੁੰਦਾ ਸੀ। ਉਹਦੇ ਕੋਲ ਤੇਰੀਆਂ ਬਹੁਤ ਸਾਰੀਆਂ ਫੋਟੋਆਂ ਜੋ ਤੇਰੀ ਹੀ ਭੈਣ ਨੇ ਭੇਜੀਆਂ ਸੀ। ਤੇਰੀ ਭੈਣ ਪਹਿਲਾਂ ਤਾਂ ਤੇਰੀਆਂ ਫੋਟੋਆਂ ਭੇਜ ਕੇ ਉਸ ਨਾਲ ਤੂੰ ਬਣ ਕੇ ਗੱਲਾਂ ਕਰਦੀ ਰਹੀ, ਪਰ ਬਾਅਦ ਵਿੱਚ ਉਸ ਨੇ ਸਭ ਉਸ ਨੂੰ ਸੱਚ ਦੱਸ ਦਿੱਤਾ। ਉਹ ਲੜਕੇ ਨੇ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਕੌਣ ਆ, ਪਰ ਮੈਂ ਤੈਨੂੰ ਬਹੁਤ ਮੁਹੱਬਤ ਕਰਦਾ। ਪਰ ਉਹ ਤਾਂ ਤੇਰੇ ਬਾਪ ਦੀ ਜਾਇਦਾਦ ਕਰਕੇ ਉਸ ਨਾਲ ਗੱਲ ਕਰਦਾ ਸੀ ਤੇ ਤੇਰੀ ਭੈਣ ਇਹ ਸਮਝਦੀ ਰਹੀ ਕਿ ਉਹ ਉਸ ਨੂੰ ਸੱਚੀ ਮੁਹੱਬਤ ਕਰਦਾ। ਇਸ ਲਈ ਉਹ ਉਹੀ ਕਰਦੀ ਸੀ ਜੋ ਉਹ ਲੜਕਾ ਕਹਿੰਦਾ ਸੀ ਤੇ ਉਸ ਦੇ ਕਹਿਣ 'ਤੇ ਉਹ ਵਿਆਹ ਵਾਲੇ ਦਿਨ ਘਰੋਂ ਭੱਜ ਗਈ। ਜਦੋਂ ਉਸਨੇ ਤੇਰੇ ਭੈਣ ਤੋਂ ਜਾਇਦਾਦ ਦੀ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਸਭ ਕੁਝ ਤਾਂ ਮੇਘਾ ਦੇ ਨਾਮ 'ਤੇ ਆ, ਕਿਉਂਕਿ ਤੇਰੇ ਬਾਪ ਨੇ ਆਪਣੇ ਮਰਨ ਤੋਂ ਪਹਿਲਾਂ ਸਾਰਾ ਕੁਝ ਤੇਰੇ ਨਾਮ ਕਰ ਦਿੱਤਾ ਸੀ। ਉਸਨੇ ਤਾਂ ਦੋਨਾਂ ਭੈਣਾਂ ਨੂੰ ਬਰਬਾਦ ਕਰਨ ਬਾਰੇ ਸੋਚ ਕੇ ਪਲਾਨ ਬਣਾ ਰੱਖਿਆ ਸੀ। ਉਸ ਨੂੰ ਸੀ ਕਿ ਇੱਕ ਨਾਲ ਤਾਂ ਮੈਂ ਵਿਆਹ ਕਰ ਲਵਾਂਗਾ ਤੇ ਦੂਜੀ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਫਸਾ ਕੇ ਰੱਖਾਂਗਾ ਤੇ ਉਹਨਾਂ ਦੇ ਬਾਪ ਦੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਜਾਵਾਂਗਾ। ਪਰ ਉਹ ਤਾਂ ਸਾਰਾ ਪਲਾਨ ਫੇਲ ਹੋ ਗਿਆ। ਤਾਂ ਉਸ ਲੜਕੇ ਨੇ ਤੇਰੀਆਂ ਫੋਟੋਆਂ ਤੈਨੂੰ ਭੇਜ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਵੀ ਉਸਨੇ ਤੇਰੀਆਂ ਫੋਟੋਆਂ ਭੇਜੀਆਂ। ਪਹਿਲਾਂ ਤਾਂ ਮੈਨੂੰ ਲੱਗਿਆ ਤੂੰ ਵੀ ਆਪਣੀ ਭੈਣ ਦੀ ਤਰ੍ਹਾਂ ਧੋਖੇਬਾਜ਼ ਆ। ਮੈਂ ਤੇਰੇ 'ਤੇ ਨਿਗਾਹ ਰੱਖਣ ਲੱਗਿਆ। ਜਦੋਂ ਉਹ ਤੈਨੂੰ ਫੋਨ ਕਰਦਾ ਸੀ ਤਾਂ ਤੂੰ ਘਬਰਾ ਕੇ ਫੋਨ ਕੱਟ ਦਿੰਦੀ ਸੀ ਅਤੇ ਫੋਨ ਬੰਦ ਕਰ ਦਿੰਦੀ ਸੀ।
ਇਹ ਸਭ ਕੁਝ ਮੈਂ ਨੋਟਿਸ ਕਰ ਰਿਹਾ ਸੀ। ਫਿਰ ਇੱਕ ਦਿਨ ਮੈਂ ਤੇਰੇ ਮੋਬਾਈਲ ਤੋਂ ਉਹ ਨੰਬਰ ਲਿਆ ਤੇ ਆਪਣੇ ਦੋਸਤ ਤੋਂ ਉਸ ਨੰਬਰ ਦੀ ਇਨਫੋਰਮੇਸ਼ਨ ਕਢਵਾਈ। ਫਿਰ ਮੈਂ ਉਸ ਤੱਕ ਪਹੁੰਚ ਗਿਆ ਜਿਸ ਦਿਨ ਬਾਬਾ ਦੀ ਡੈਥ ਹੋਈ ਸੀ। ਉਸ ਦੇ ਅਗਲੇ ਦਿਨ ਹੀ ਤੇਰੀ ਭੈਣ ਦਾ ਮੇਰੇ ਕੋਲ ਫੋਨ ਆਇਆ ਸੀ। ਉਹ ਮੇਰੇ ਤੋਂ ਮਾफ़ੀ ਮੰਗਣਾ ਚਾਹੁੰਦੀ ਸੀ। ਉਸਨੇ ਮੈਨੂੰ ਦੱਸਿਆ ਕਿ ਉਸ ਲੜਕੇ ਨੇ ਮੇਰੇ ਨਾਲ ਧੋਖਾ ਕੀਤਾ। ਉਹ ਮੈਨੂੰ ਕਹਿੰਦਾ ਕਿ ਤੂੰ ਆਪਣੇ ਬਾਪ ਤੋਂ ਪੈਸੇ ਲੈ ਕੇ ਆ, ਪਰ ਸਾਰਾ ਕੁਝ ਤਾਂ ਮੇਘਾ ਦੇ ਨਾਮ 'ਤੇ ਸੀ। ਮੈਂ ਉਸ ਨੂੰ ਕਿੱਥੋਂ ਲਿਆ ਕੇ ਕੁਝ ਦੇਵਾਂ। ਉਸ ਲੜਕੀ ਨੇ ਮੈਨੂੰ ਧੱਕੇ ਨਾਲ ਘਰੋਂ ਕੱਢ ਦਿੱਤਾ ਤੇ ਮੇਰੇ ਨਾਲ ਵਿਆਹ ਵੀ ਨਹੀਂ ਕੀਤਾ, ਕਿਉਂਕਿ ਉਹ ਤਾਂ ਪਹਿਲਾਂ ਹੀ ਸ਼ਾਦੀशुदा ਸੀ। ਇਸ ਲਈ ਹੁਣ ਤੇਰੀ ਭੈਣ ਆਪਣੇ ਘਰ ਆਉਣਾ ਚਾਹੁੰਦੀ ਆ। ਮੈਂ ਆਪਣੇ ਪਤੀ ਨੂੰ ਗੁੱਸੇ ਵਿੱਚ ਆ ਕੇ ਕਿਹਾ ਕਿ ਤੁਸੀਂ ਮੇਰੇ ਤੋਂ ਇੱਕ ਵਾਰ ਵੀ ਨਹੀਂ ਪੁੱਛਿਆ। ਤਾਂ ਮੇਰੇ ਪਤੀ ਨੇ ਕਿਹਾ ਕਿ ਤੇਰੇ ਪਾਪਾ ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਮੇਰੀ ਬੇਟੀ 'ਤੇ ਸ਼ੱਕ ਨਾ ਕਰੀਂ। ਇਸ ਲਈ ਨਹੀਂ ਕਿਉਂਕਿ ਉਹ ਮੇਰੀ ਬੇਟੀ ਆ, ਬਲਕਿ ਇਸ ਲਈ ਕਿ ਉਸਨੇ ਆਪਣੇ ਬਾਪ ਦੀ ਇੱਜ਼ਤ ਬਚਾਈ ਆ ਤੇ ਹੁਣ ਉਹ ਤੇਰੇ ਘਰ ਦੀ ਇੱਜ਼ਤ ਆ। ਤੂੰ ਵੀ ਆਪਣਾ ਅਤੀਤ ਭੁੱਲ ਕੇ ਮੇਘਾ ਨੂੰ ਅਪਣਾ ਲਾ, ਕਿਉਂਕਿ ਜੋ ਬੇਟੀਆਂ ਬਾਪ ਦੀ ਇੱਜ਼ਤ ਖਾਤਰ ਆਪਣਾ ਸਿਰ ਝੁਕਾ ਦਿੰਦੀਆਂ ਉਹ ਬਹੁਤ ਪਾਕ ਦਾਮਨ ਅਤੇ ਮੁਹੱਬਤ ਕਰਨ ਵਾਲੀਆਂ ਹੁੰਦੀਆਂ। ਮੇਰਾ ਪਤੀ ਮੇਰੇ ਤੋਂ ਮਾफ़ੀ ਮੰਗ ਰਿਹਾ ਸੀ ਕਿ ਇੰਨਾ ਟਾਈਮ ਮੈਂ ਤੇਰੇ ਤੋਂ ਪਾਸੇ ਰਿਹਾ, ਉਸ ਚੜੇਲ ਦੀ ਖਾਤਰ ਜਿਸ ਨੂੰ ਮੇਰੀ ਕਦਰ ਹੀ ਨਹੀਂ ਸੀ। ਮੇਰੇ ਪਤੀ ਨੇ ਮੇਰੇ ਕਹੇ ਬਗੈਰ ਹੀ ਸਭ ਕੁਝ ਸੰਭਾਲ ਲਿਆ ਸੀ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ। ਇੱਕ ਦਿਨ ਮੇਰੀ ਭੈਣ ਸਾਡੇ ਘਰ ਆਈ ਤੇ ਸਭ ਤੋਂ ਮਾफ़ੀ ਮੰਗਣ ਲੱਗੀ, ਪਰ ਕਿਸੇ ਨੇ ਵੀ ਉਸ ਨੂੰ ਮਾफ़ ਨਹੀਂ ਕੀਤਾ। ਹੁਣ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਸੀ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਤੇ ਮੈਂ ਪ੍ਰੈਗਨੈਂਟ ਹੋ ਗਈ। ਮੇਰੇ ਬਹੁਤ ਪਿਆਰੀ ਬੱਚੀ ਨੇ ਜਨਮ ਲਿਆ। ਉਹ ਬਹੁਤ ਵੱਡੀ ਹੁੰਦੀ ਜਾ ਰਹੀ ਸੀ। ਮੈਂ ਤੇ ਮੇਰਾ ਪਤੀ ਬਹੁਤ ਖੁਸ਼ ਸੀ। ਸਮਾਂ ਗੁਜ਼ਰਦਾ ਗਿਆ ਅਤੇ ਬੱਚੀ ਕਾਲਜ ਪੜ੍ਹਨ ਲੱਗੀ। ਉਹ ਜਿਵੇਂ-ਜਿਵੇਂ ਵੱਡੀ ਹੁੰਦੀ ਜਾਂਦੀ ਸੀ ਉਹ ਚਿੜਚਿੜੀ ਹੁੰਦੀ ਜਾਂਦੀ ਸੀ, ਕਿਸੇ ਨਾਲ ਗੱਲ ਨਹੀਂ ਕਰਦੀ ਸੀ। ਇੱਕ ਦਿਨ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਸੀ ਤੇ ਕਹਿੰਦੀ ਸੀ, ਮੰਮਾ ਮੈਂ ਕਮਰੇ ਵਿੱਚ ਇਕੱਲੀ ਰਹਾਂਗੀ। ਇੰਨੇ ਸਾਲਾਂ ਬਾਅਦ ਮੇਰਾ ਅਤੀਤ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ। ਮੇਰੀ 20 ਸਾਲ ਦੀ ਬੇਟੀ ਜਦੋਂ ਵੀ ਕਾਲਜ ਤੋਂ ਆਉਂਦੀ ਤਾਂ ਆਪਣਾ ਪੇਟ ਫੜ ਕੇ ਰੋਣ ਲੱਗਦੀ ਤੇ ਕਹਿੰਦੀ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ। ਜਦੋਂ ਮੈਂ ਉਸ ਨੂੰ ਕਹਿੰਦੀ ਕਿ ਚੱਲ ਡਾਕਟਰ ਕੋਲ ਚੱਲਦੇ ਹਾਂ ਤਾਂ ਉਹ ਮਨਾ ਕਰ ਦਿੰਦੀ। ਇੱਕ ਦਿਨ ਮੈਂ ਆਪਣੀ ਦੋਸਤ ਡਾਕਟਰ ਨੂੰ ਘਰ ਬੁਲਾ ਲਿਆ ਤਾਂ ਉਸਨੇ ਦੱਸਿਆ ਕਿ ਇਹ ਪ੍ਰੈਗਨੈਂਟ ਆ। ਮੈਂ ਆਪਣਾ ਸਿਰ ਫੜ ਕੇ ਬੈਠ ਗਈ ਤੇ ਪੁੱਛਿਆ ਕਿ ਕੌਣ ਆ ਉਹ ਲੜਕਾ ਜਿਸ ਦੇ ਨਾਲ ਆਪਣਾ ਮੂੰਹ ਕਾਲਾ ਕਰਕੇ ਆਈ ਆ। ਇੰਨੇ ਨੂੰ ਮੇਰੇ ਪਤੀ ਵੀ ਘਰ ਆ ਗਏ। ਉਹਨਾਂ ਨੂੰ ਵੀ ਇਸ ਬਾਰੇ ਪਤਾ ਲੱਗਿਆ। ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਉਸਦਾ ਬੇਟਾ ਸੀ ਜਿਸ ਨੇ ਮੇਰੀ ਭੈਣ ਨੂੰ ਧੋਖਾ ਦਿੱਤਾ ਸੀ, ਜਿਸ ਨੇ ਮੇਰੀ ਵੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਰੇ ਪਤੀ ਨੇ ਆਪਣੀ ਬੇਟੀ ਦੇ ਥੱਪੜ ਮਾਰਿਆ ਤਾਂ ਉਹ ਕਹਿਣ ਲੱਗੀ ਕਿ ਮੈਂ ਬਿਆਨ ਨੂੰ ਬਹੁਤ ਪਿਆਰ ਕਰਦੀ ਹਾਂ, ਉਸ ਦੀ ਖਾਤਰ ਮੈਂ ਤੁਹਾਨੂੰ ਛੱਡ ਦੇਵਾਂਗੀ। ਤਾਂ ਮੈਂ ਕਿਹਾ ਤੂੰ ਤਾਂ ਬਿਲਕੁਲ ਆਪਣੀ ਮਾਸੀ ਦੀ ਤਰ੍ਹਾਂ ਨਿਕਲੀ। ਉਸਨੇ ਵੀ ਆਪਣੇ ਮਾਪਿਆਂ ਨੂੰ ਧੋਖਾ ਦਿੱਤਾ ਸੀ ਤੇ ਘਰੋਂ ਭੱਜ ਗਈ ਸੀ। ਇਹ ਜੋ ਲੜਕੇ ਦੀ ਗੱਲ ਕਰ ਰਹੀ ਸੀ ਉਹਦਾ ਬਾਪ ਵੀ ਇੱਕ ਨਾਗ ਆ ਜੋ ਕਦੇ ਵੀ ਡੱਸਣਾ ਨਹੀਂ ਭੁੱਲਦਾ ਤੇ ਇਹ ਲੜਕਾ ਵੀ ਉਸ 'ਤੇ ਗਿਆ। ਮੇਰੇ ਪਤੀ ਨੇ ਆਪਣੀ ਬੇਟੀ ਨੂੰ ਬਾਂਹ ਤੋਂ ਫੜ ਕੇ ਘਰੋਂ ਕੱਢ ਦਿੱਤਾ। ਤਾਂ ਮੇਰੀ ਬੇਟੀ ਕਹਿੰਦੀ ਕਿ ਜੇ ਤੈਨੂੰ ਆਪਣਾ ਪਿਆਰ ਨਹੀਂ ਮਿਲਿਆ ਤਾਂ ਤੂੰ ਮੇਰਾ ਪਿਆਰ ਵੀ ਖੋਣਾ ਚਾਹੁੰਦੀ ਆ। ਮਾਸੀ ਸੱਚ ਕਹਿੰਦੀ ਆ ਕਿ ਤੇਰੀ ਮਾਂ ਦੂਜਿਆਂ ਦਾ ਹੱਕ ਖੋਹ ਲੈਂਦੀ ਆ। ਤਾਂ ਮੇਰੇ ਪਤੀ ਨੇ ਉਸ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰਿਆ ਤੇ ਉਸ ਨੂੰ ਬਾਹੋਂ ਫੜ ਕੇ ਘਰੋਂ ਕੱਢਣ ਲੱਗੇ। ਉਸ ਦਿਨ ਮੈਂ ਬੜਾ ਰੋਈ। ਮੇਰੀ ਭੈਣ ਨੇ ਮੇਰੇ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ ਸੀ। ਮੈਂ ਆਪਣੀ ਬੇਟੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਮਾਸੀ ਦੀਆਂ ਗੱਲਾਂ ਵਿੱਚ ਆ ਚੁੱਕੀ ਸੀ, ਕਿਉਂਕਿ ਮੇਰੀ ਭੈਣ ਨੇ ਮੇਰੀ ਬੇਟੀ ਨੂੰ ਸਾਡੇ ਖਿਲਾਫ ਕਰ ਦਿੱਤਾ ਸੀ। ਮੇਰੀ ਬੇਟੀ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਜਿਸ ਮਾਂ-ਬਾਪ ਨੇ ਜਨਮ ਦਿੱਤਾ ਉਹਨਾਂ ਨੇ ਆਪਣੀਆਂ ਖੁਸ਼ੀਆਂ ਮਾਰੀਆਂ। ਆਪਣੇ ਬੱਚਿਆਂ 'ਤੇ ਮਾਤਾ-ਪਿਤਾ ਦਾ ਸਭ ਤੋਂ ਜ਼ਿਆਦਾ ਹੱਕ ਹੁੰਦਾ। ਜੇ ਕੋਈ ਬਾਹਰ ਤੋਂ ਆ ਕੇ ਕਹੇ ਕਿ ਉਹ ਤੁਹਾਨੂੰ ਬਹੁਤ ਮੁਹੱਬਤ ਕਰਦਾ ਤਾਂ ਉਹ ਝੂਠ ਬੋਲ ਰਿਹਾ ਹੁੰਦਾ, ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਨੂੰ ਮੁਹੱਬਤ ਨਹੀਂ ਕਰਦਾ। ਬਸ ਸਭ ਲੋਕ ਆਪਣਾ ਦਿਲ ਬਹਿਲਾਉਂਦੇ ਹਨ ਅਤੇ ਛੱਡ ਕੇ ਚਲੇ ਜਾਂਦੇ ਹਨ। ਇਸ ਲਈ ਬਹੁਤ ਸੋਚ ਸਮਝ ਕੇ ਕਿਸੇ 'ਤੇ ਭਰੋਸਾ ਕਰਨਾ ਚਾਹੀਦਾ, ਜੋ ਕਿ ਮੇਰੀ ਬੇਟੀ ਨੇ ਇਸ ਤਰ੍ਹਾਂ ਕੀਤਾ ਸੀ। ਸਾਡੇ 'ਤੇ ਭਰੋਸਾ ਨਾ ਕਰਕੇ ਗੈਰਾਂ 'ਤੇ ਭਰੋਸਾ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ।